इंसान परमेश्वर वाल नूं मुड़दा आ, प्रभु वाल मुड़दा आ ते की हुंदा है। पिता वालों कुछ बरकतां या कुछ घटनावां घटदियां आ, फिर पुत्र वालों भी घटनावां घटदियां आ। सो पिता वालों जो घटनावां घटदियां आ, बोल दो जल्दी जल्दी। परमेश्वर की कृपा तक पहुंच, परमेश्वर की कृपा तक ਉਹਦੀ ਕੀ ਹੋ ਜਾਂਦੀ ਆ ਪਹੁੰਚ। ਕਿਹਦੀ? तो परमेश्वर वाला ਜਿਹੜਾ ਪਰਮੇਸ਼ਰ ਵੱਲ ਕੀ ਕਰਦਾ ਉਹਦੀ ਕਿਰਪਾ ਤੱਕ ਉਹਦੀ ਕੀ ਹੋ ਜਾਂਦੀ ਆ ਹਾਂ। परमेश्वर की संतान बन जाते हैं, ਪਰਮੇਸ਼ਰ ਦੀ ਸੰਤਾਨ ਬਣ ਜਾਂਦੀ ਆ, उसके वारिस बन जाते हैं, ਉਹਦੇ ਵਾਰਿਸ ਬਣ ਜਾਂਦੇ ਆ, परमेश्वर के द्वारा चुने जाते हैं, ਪਰਮੇਸ਼ਰ ਦੇ ਦੁਆਰਾ ਚੁਣੇ ਜਾਂਦੇ ਆ, नवी सृष्टि बन जाते हैं, ਨਵੇਂ ਸ੍ਰਿਸ਼ਟ ਬਣ ਜਾਂਦੇ ਆ, स्वर्ग के नागरिक बन जाते हैं, ਸਵਰਗ ਦੇ ਨਾਗਰਿਕ ਬਣ ਜਾਂਦੇ ਆ, परमेश्वर के दास बन जाते हैं, ਪਰਮੇਸ਼ਰ ਦੇ ਦਾਸ ਬਣ ਜਾਂਦੇ परमेश्वर के ਆ, जाजक बन जाते हैं, ਪਰਮੇਸ਼ਰ ਦੇ ਜਾਜਕ ਬਣ ਜਾਂਦੇ ਆ, परमेश्वर नाल फिर तो मेल हो जाता है, ਪਰਮੇਸ਼ਰ ਨਾਲ ਫਿਰ ਤੋਂ ਮੇਲ ਹੋ ਜਾਂਦਾ। परमेश्वर द्वारा पवित्र किए जाते हैं, ਪਰਮੇਸ਼ਰ ਦੁਆਰਾ ਕੀ ਕੀਤੇ ਜਾਂਦੇ ਆ ਪਵਿੱਤਰ ਕੀਤੇ ਜਾਂਦੇ ਆ। ਇਹ ਸਾਰਾ ਕੰਮ ਕਿੱਧਰੋਂ ਹੁੰਦਾ ਆ? ਪਿਤਾ ਦੇ ਵੱਲੋਂ। ਹਾਲੇਲੂਇਆ। ਹਾਲੇਲੂਇਆ। ਹੁਣ ਫਿਰ ਪੁੱਤਰ ਦੇ ਦੁਆਰਾ ਵੀ ਕੁਝ ਕੰਮ ਹੁੰਦਾ ਆ। ਨੰਬਰ 1 ਅਸੀਂ ਉਸਦੇ ਪਿਆਰੇ ਵੀ ਸਵੀਕਾਰ ਕੀਤੇ ਜਾਂਦੇ ਹਾਂ, ਹਾਂ, ਪੁੱਤਰ ਦੇ ਵਸੀਲੇ ਨਾਲ ਅਸੀਂ ਕੀ ਕੀਤੇ ਜਾਂਦੇ ਆ? ਸਵੀਕਾਰ ਕੀਤੇ। ਪਿਤਾ ਸਵੀਕਾਰ ਕਰਦਾ ਹੈ ਤੇ ਪੁੱਤਰ ਦੇ ਵਸੀਲੇ ਨਾਲ। ਹਾਂ, ਮਸੀਹ ਦੇ ਸਰੀਰ ਵਿੱਚ ਬਪਤਿਸਮਾ ਦਿੱਤਾ ਜਾਂਦਾ ਸਾਡਾ ਹੈ, ਜਿਹੜਾ ਬਪਤਿਸਮਾ ਆ ਮਸੀਹ ਦੇ ਸਰੀਰ ਵਿੱਚ ਹੁੰਦਾ ਆ, ਮਸੀਹ ਦੇ ਨਾਲ ਗੱਡੇ ਜਾਂਦੇ ਹਾਂ, ਫਿਰ ਮਸੀਹ ਦੇ ਨਾਲ ਗੱਡੇ ਜਾਂਦੇ ਆ। ਪਿਤਾ ਵੱਲੋਂ ਪੁੱਤਰ ਨੂੰ ਦਿੱਤਾ ਗਿਆ ਪ੍ਰੇਮ ਦਾ ਤੋਹਫਾ, ਹਾਂ, ਅਸੀਂ ਪਿਤਾ ਵੱਲੋਂ ਪੁੱਤਰ ਨੂੰ ਯਾਨੀ ਕਿ ਯਿਸੂ ਮਸੀਹ ਨੂੰ ਪਿਤਾ ਦੇ ਪ੍ਰੇਮ ਦਾ ਤੋਹਫਾ ਆ, ਜਿਹੜਾ ਅਸੀਂ ਪ੍ਰਭੂ ਨੂੰ ਕੀ ਕੀਤੇ ਜਾਂਦੇ ਆ? ਦਿੰਦੇ ਆ। ਹਾਲੇਲੂਇਆ। ਔਰ ਇਸ ਤੋਹਫੇ ਨੂੰ ਕਿੱਦਾਂ ਕਰਦਾ ਹੈ? ਸਾਂਭਦਾ ਹੈ, ਸੰਭਾਲ ਕਰਦਾ ਹੈ, ਆਪਣੇ ਲਹੂ ਦੇ ਨਾਲ ਧੋਂਦਾ ਹੈ। ਹਾਲੇਲੂਇਆ। ਹਾਲੇਲੂਇਆ। ਹਾਂਜੀ ਹਾਂਜੀ। ਮਸੀਹ ਦੇ ਵਸੀਲੇ ਸਾਡੀ ਮੁਕਤੀ ਹੁੰਦੀ ਹੈ, ਮਸੀਹ ਦੁਆਰਾ ਹੀ ਨਿਵਾਸ ਕਰਦੇ ਹਾਂ, ਮਸੀਹ ਦੇ ਦੁਆਰਾ ਅਸੀਂ ਨਿਵਾਸ ਕਰਦੇ ਹਾਂ, ਅਨੰਤ ਜੀਵਨ ਦਾ ਅਧਿਕਾਰ ਲੈਂਦੇ ਹਾਂ, ਅਨੰਤ ਜੀਵਨ ਦਾ ਅਧਿਕਾਰੀ ਬਣਦੇ ਹਾਂ, ਅਨੰਤ ਸ਼ਾਂਤੀ ਪ੍ਰਾਪਤ ਹੁੰਦੀ ਹੈ, ਅਨੰਤ ਸ਼ਾਂਤੀ ਪ੍ਰਾਪਤ ਹੁੰਦੀ ਹੈ। ਠੀਕ ਹੈ ਜੀ। ਪਰਮੇਸ਼ਰ ਦੇ ਮਿੱਤਰ ਬਣ ਜਾਂਦੇ ਹਾਂ, ਹਾਂ, ਪਰਮੇਸ਼ਰ ਦੇ ਮਿੱਤਰ ਬਣ ਜਾਂਦੇ ਆ। ਸਵਰਗ ਵਿੱਚ ਸਾਡੇ ਨਾਮ ਲਿਖੇ ਜਾਂਦੇ ਹਨ, ਹਾਂ, ਕਿੱਥੇ ਲਿਖੇ ਜਾਂਦੇ ਬਈ? ਸਵਰਗ ਦੇ। ਹਾਲੇਲੂਇਆ। ਹਾਲੇਲੂਇਆ। ਤੇ ਸਵਰਗ 'ਚ ਜਿਹਨਾਂ ਨਾਮ ਲਿਖਾਉਣੇ ਉਹਨਾਂ ਨੂੰ ਕੀ ਕਰਨਾ ਪੈਣਾ? ਆਪਾਂ ਪੜਿਆ ਸੀ ਕਰਨਾ ਪੈਣਾ। ਹੈ ਪਰਿਸ਼ਰਮ ਕਰਨਾ ਪੈਣਾ ਹੈ। ਯਤਨ ਕਰਨਾ ਪੈਣਾ ਹੈ, ਯਤਨ ਕਰਨਾ ਪੈਣਾ, ਦਾਸਾਂ ਦੇ ਨਾਲ ਯਤਨ ਕਰਨਾ ਪੈਣਾ ਹੈ। ਹਾਲੇਲੂਇਆ। ਹਾਲੇਲੂਇਆ। ਸਵਰਗ ਵਿੱਚ ਨਾਮ ਉਦਾਂ ਹੀ ਲਿਖਾਉਣੇ ਨਹੀਂ। ਹਾਲੇਲੂਇਆ। ਸੋ ਪਰਮੇਸ਼ਰ ਨੇ ਸਾਨੂੰ ਇਸ ਜ਼ਮੀਨ ਤੋਂ ਅਸਮਾਨੀ ਬਣਾਉਣਾ ਹੈ, ਹਾਂ, ਜ਼ਮੀਨੀ ਤੋਂ ਅਸਮਾਨੀ ਬਣਾਉਣਾ ਨਾ, ਤੇ ਸਵਰਗੀ ਬਣਾਉਣਾ ਆ, ਤੇ ਉਦਾਂ ਵੀ ਨਹੀਂ ਬਣਾਉਣਾ ਜਿਹੜਾ ਕੀਮਤ ਦਊਗਾ। ਤੁਹਾਨੂੰ ਦੱਸਿਆ ਖੁਦਾ ਦੇ ਦਾਸ ਦੱਸਦੇ ਸੀਗੇ ਕਿ ਇੱਕ ਜਗ੍ਹਾ ਤੇ 40 ਲੋਕ ਸੀਗੇ ਪ੍ਰਭੂ ਨੂੰ ਮੰਨਣ ਵਾਲੇ, ਕਿ ਉਹਨਾਂ ਨੂੰ ਜਿਹੜੀ ਫੌਜ ਸੀਗੀ ਉਹਨਾਂ ਨੇ ਕਿਹਾ ਵੀ ਤੁਸੀਂ ਮਸੀਹ ਦਾ ਨਾਮ ਲੈਣਾ ਬੰਦ ਕਰੋ, ਇਨਕਾਰ ਕਰੋ, ਨਹੀਂ ਤਾਂ ਤੁਹਾਨੂੰ ਇੱਥੇ ਜਿਹੜੀ ਆ ਬਰਫ਼ ਆ ਨਾ, ਬਰਫ਼ ਦੀ ਉਹਨਾਂ ਨੇ ਇੱਕ ਖਾਈ ਪੱਟੀ ਪਈ ਸੀ, ਬਰਫੀਲਾ ਇਲਾਕਾ ਸੀ ਉਹ, ਤੇ ਉਹਦੇ ਵਿੱਚ ਕਹਿੰਦੇ ਤੁਹਾਨੂੰ ਅਸੀਂ ਸੁੱਟ ਦੇਣਾ। ਠੀਕ ਹੈ। ਨਾਲ ਹੀ ਉਹਨਾਂ ਨੇ ਟੈਂਟ ਲਗਾਇਆ ਸੀ, ਉਹਦੇ ਵਿੱਚ ਸਾਰਾ ਹੀਟ ਦਾ ਵੀ ਇੰਤਜ਼ਾਮ ਸੀ, ਸਭ ਕੁਝ ਸੀ। ਕਹਿੰਦੇ ਜਿਹੜਾ ਵਿੱਚੋਂ ਇਨਕਾਰ ਕਰ ਦੂਗਾ, ਆਵਾਜ਼ ਦੇ ਦੂਗਾ, ਅਸੀਂ ਬਾਹਰ ਕੱਢ ਲਾਂਗੇ, ਜੇ ਇੱਥੋਂ ਕਿਉਂ ਕਰੂਗਾ ਉਹਨੂੰ ਹੁਣੇ ਉਹਦੇ ਉਹ ਸਹੂਲਤਾਂ ਦੇ ਦਿੱਤੀਆਂ ਜਾਣਗੀਆਂ, ਸਭ ਕੁਝ ਉਹਨੂੰ ਮਿਲੂਗਾ। ਸੋ 40 ਦੇ 40 ਜਿਹੜੇ ਸੀਗੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣੇ ਪ੍ਰਭੂ ਦਾ ਇਨਕਾਰ ਨਹੀਂ ਕਰਨਾ। ਹਾਲੇਲੂਇਆ। 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 ਔਰ ਉਹਨਾਂ 40 ਨੂੰ ਫਿਰ ਬਰਫ਼ ਦੀ ਗੁਫਾ ਦੇ ਵਿੱਚ ਰੱਖ ਦਿੱਤਾ ਗਿਆ, ਜਿਹੜਾ ਖੱਡਾ ਸੀਗਾ ਉਹਦੇ ਵਿੱਚ ਰੱਖ ਦਿੱਤਾ ਗਿਆ। ਔਰ ਤੁਹਾਨੂੰ ਪਤਾ ਠੰਡ ਕਿੰਨੀ ਹੁੰਦੀ ਆ, ਉਦੋਂ ਠੰਡ ਆ। ਠੀਕ ਹੈ। ਔਰ ਉਹਨਾਂ ਨੇ ਆਰਾਧਨਾ ਕਰਨੀ ਸ਼ੁਰੂ ਕਰਤੀ, ਪਰਮੇਸ਼ਰ ਦਾ ਧੰਨਵਾਦ ਦੇਣਾ ਸ਼ੁਰੂ ਕਰਤਾ। ਸੋ ਇੱਕ ਵਿੱਚ ਜਿਹੜਾ ਸੀ ਉਹ ਡੋਲ ਗਿਆ। ਕੀ ਹੋ ਗਿਆ ਭਲਾ? ਡੋਲ ਗਿਆ। ਤੇ ਉਹਨੂੰ ਉਹਨਾਂ ਨੇ ਕੱਢ ਲਿਆ, ਉਹਨੇ ਇਨਕਾਰ ਕਰਤਾ ਕਿ ਉਹਨੂੰ ਚੱਕ ਕੇ ਉਹਨੇ ਉਹਦੇ ਹੀਟ ਵਾਲੇ ਤੰਬੂ ਦੇ ਵਿੱਚ ਰੱਖ ਦਿੱਤਾ। ਤੇ ਉਸ ਤੋਂ ਬਾਅਦ ਕੀ ਹੋਇਆ? ਉਹ ਉਹਦੇ ਆਰਾਧਨਾ ਕਰਦੇ ਪ੍ਰਾਣ ਛੱਡ ਕੇ ਮਰ ਗਏ ਜਾਂਦੇ 39 ਜਣ, ਹੈ ਨਾ। ਸੋ ਉੱਥੇ ਜਿਹੜੇ ਫੌਜੀ ਸੀਗੇ ਤੇ ਉਹ ਜਦੋਂ ਦੇਖ ਰਹੇ ਸੀਗੇ ਤੇ ਉਹ ਫੌਜੀ ਨੇ ਦੇਖਿਆ ਕਿ ਉਹ ਜਿਹੜੇ 40 ਜਣੇ ਵਿੱਚ ਵੜੇ ਸੀਗੇ ਨਾ, ਇੱਕ ਤਾਂ ਵਿੱਚ ਇਨਕਾਰ ਕਰਕੇ ਚਲਾ ਗਿਆ, ਤੇ ਉਹਨਾਂ ਤੇ ਸਾਰਿਆਂ ਤੇ ਮੁਕਟ ਘੁੰਮ ਰਹੇ ਸੀ, 40 ਮੁਕਟ। ਇੱਕ ਤਾਂ ਵਿੱਚੋਂ ਰਹਿ ਗਿਆ ਸੀ, ਕਿਤੇ ਕਿੰਨੇ ਕੋ ਮੁਕਟ ਘੁੰਮ ਰਹੇ ਸੀ? 40। ਤੇ ਉਹ ਫਿਰ ਜਿਹੜਾ ਫੌਜੀ ਸੀਗਾ ਨਾ, ਉਹਨੇ ਵਿੱਚ ਛਾਲ ਮਾਰਤੀ ਵੀ ਇਹ ਮੁਕਟ ਮੈਂ ਪਾਉਂ। ਹਾਲੇਲੂਇਆ। 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 ਸੋ ਅਸੀਂ ਸਵਰਗ 'ਚ ਸਾਨੂੰ ਫਿਰ ਜਾਣ ਦਾ ਮੌਕਾ ਮਿਲਦਾ ਆ,
ਕਿਉਂਕਿ ਅਜੇ ਤਾਂ ਜੀ ਵਾਲਾ ਪ੍ਰੋਗਰਾਮ ਹੀ ਆ, ਕਿਉਂਕਿ ਆਪਾਂ ਜੇ ਕੋਈ ਵੀ ਗੱਲਬਾਤ ਮੰਨਦੇ ਮੁੰਡੇ ਆਪਣੀਆਂ ਆਪਣੇ ਵਿੱਚ ਰਹਿੰਦੇ, ਤੁਹਾਨੂੰ ਇੱਥੇ ਬਰਫ਼ ਦੀ ਗੁਫਾ 'ਚ ਨਹੀਂ ਬਿਠਾਉਣ ਦੇ, ਇੱਥੇ ਬਿਠਾਉਣ ਦੇ, ਇੱਥੇ ਨਹੀਂ ਤੁਹਾਡੇ ਕੋਲ ਬੈਠ ਹੁੰਦਾ। ਹਾਲੇਲੂਇਆ। ਜੇ ਤੁਹਾਨੂੰ ਕਿਤੇ ਅੱਗ 'ਚ ਬਿਠਾਇਆ ਜਾਵੇ ਜਾਂ ਧੁੱਪੇ ਬਾਹਰ, ਮੈਂ ਕਹਾਂ ਵੀ ਹੁਣ ਵੀ ਜਿਹੜੀ ਆਰਾਧਨਾ ਨਾ ਕੱਲ੍ਹ ਤੋਂ ਆਪਾਂ ਛੱਤ ਤੇ ਕਰਿਆ ਕਰਨੀ ਆ, ਕੋਈ ਟੈਂਟ ਟੁੰਟ ਨਹੀਂ ਲਾਉਣਾ, ਉੱਥੇ ਆ ਕੇ ਭੁਗਤਾਇਆ ਕਰੋ। ਹਾਲੇਲੂਇਆ। ਉੱਥੇ ਤੁਹਾਡੇ ਜੋ ਕੋਈ ਕਿਹੜਾ ਆ ਸਕਦਾ ਨਾ, ਜਿਹੜਾ ਇੱਥੇ ਨਹੀਂ ਆ ਸਕਦਾ, ਕੂਲਰ ਲੱਗਾ, ਪੱਖਾ ਲੱਗਾ, ਠੰਡਾ ਘਰ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਹੈ ਜੇ ਕਹਿ ਸਕਦੇ ਹਾਂ, ਜੇ ਤੁਹਾਨੂੰ ਕਿਸੇ ਨੂੰ ਸਵਰਗ 'ਤੇ ਜਾਣ ਦਾ ਮੌਕਾ ਮਿਲਿਆ ਤੇ ਜਿਹਨਾਂ ਨੂੰ ਮੁਕਟ ਪਹਿਨੇ ਦੇਖੋਗੇ ਨਾ, ਉਹਨਾਂ ਦੀ ਕੀਮਤ ਵੀ ਜੀਵਨ ਦੀ ਦਿੱਤੀ ਹੋਈ ਤੁਸੀਂ ਦੇਖੋਗੇ। ਹਾਲੇਲੂਇਆ। ਉਹਦਾ ਫਜ਼ੂਲ ਕਿਸੇ ਨੂੰ ਮੁਕਟ ਮਿਲੂਗਾ ਨਹੀਂ। ਹਾਲੇਲੂਇਆ। ਹਾਲੇਲੂਇਆ। ਸਾਡੇ ਸਮਰਪਣ ਦੇ ਉੱਤੇ ਵੀ ਸਾਡਾ ਮੁਕਟ ਦਾ ਜਿਹੜਾ ਆ ਉਹ ਅਸਰ ਰਹਿੰਦਾ। ਅਸੀਂ ਸਮਰਪਣ ਕੀਤਾ, ਅਸੀਂ ਖੁਦਾ ਦੇ ਨਾਲ ਗੱਲ ਕੀਤੀ ਆ, ਖੁਦਾ ਅਸੀਂ ਤੇਰੀ ਹਜ਼ੂਰੀ 'ਚ ਆ ਕੇ ਕਹਿਣਾ ਬਹਿਣਾ ਆ, ਕਿਸੇ ਮਨੁੱਖ ਨਾਲ ਥੋੜੀ ਵਾਅਦਾ ਕੀਤਾ। ਤੋ ਖੁਦਾ ਨੇ ਫਿਰ ਸਾਨੂੰ ਜੋ ਸਵਰਗੀ ਸੁਆਤ ਆ ਉਹ ਸਾਨੂੰ ਉਸੇ ਹਿਸਾਬ ਦੇ ਨਾਲ ਦੇਣੀ। ਹਾਲੇਲੂਇਆ। ਹਾਲੇਲੂਇਆ। ਇਸ ਲਈ ਧਿਆਨ ਕਰਨਾ ਆ ਕਿ ਜਿਹੜੇ ਯਤਨ ਕਰਨਗੇ, ਵੱਡਾ ਯਤਨ ਕਰਨਗੇ, ਉਹ ਹੀ ਮੁਕਟ ਪਾ ਸਕਣਗੇ। ਆ ਜਾਓ, ਸਵਰਗ ਦੇ ਵਿੱਚ ਨਾਮ ਲਿਖਵਾ ਸਕਣਗੇ। ਸੋ ਅੱਗੇ ਹੈਗਾ ਆ ਮਸੀਹ ਦੇ ਨਾਲ ਸਵਰਗੀ ਸਥਾਨਾਂ ਵਿੱਚ ਬਿਠਾਏ ਜਾਂਦੇ ਹਾਂ। ਸੋ ਮਸੀਹ ਵੱਲੋਂ ਜਿਹੜਾ ਸਾਡੇ ਜੀਵਨ 'ਚ ਘਟਨਾਵਾਂ ਘਟਦੀਆਂ ਆ, ਉਹਦੇ 'ਚ ਅਗਲੀ ਗੱਲ ਕੀ ਆ ਕਿ ਮਸੀਹ ਵੱਲੋਂ ਅਸੀਂ ਕੀ ਕਰਦੇ, ਮਸੀਹ ਦੇ ਨਾਲ ਕੀ ਕੀਤੇ ਜਾਂਦੇ ਆ, ਸਵਰਗੀ ਸਥਾਨਾਂ ਵਿੱਚ ਕੀ ਕੀਤੇ ਜਾਂਦੇ ਆ, ਬਿਠਾਏ ਜਾਂਦੇ ਆ ਮਸੀਹ ਦੇ ਨਾਲ। ਹਾਲੇਲੂਇਆ। ਸੋ ਅੱਜ ਵੇਦ ਦੀ ਆਪਾਂ ਵਚਨ ਪੜ੍ਹਦੇ ਹਾਂ, ਇਫਸੀਓਂ 2:6 ਆਏ। ਬਾਈਬਲ 'ਚ ਵਚਨ ਪੜ੍ਹਦੇ ਹਾਂ, ਇਫਸੀਓਂ 2:6 ਆਏ। ਅਤੇ ਉਹਨੇ ਸਾਨੂੰ ਉਸ ਦੇ ਨਾਲ ਉਠਾਇਆ ਔਰ ਸਾਨੂੰ ਮਸੀਹ ਯਿਸੂ ਵਿੱਚ ਸੁਰਗੀ ਥਾਵਾਂ ਤੇ ਉਸਦੇ ਨਾਲ ਬਹਾਲਿਆ। ਹਾਂ, ਸਵਰਗੀ ਥਾਵਾਂ ਵਿੱਚ ਉਹਦੇ ਨਾਲ ਕੀ ਕੀਤਾ, ਸਾਨੂੰ ਬਿਠਾਇਆ। ਹਾਲੇਲੂਇਆ। ਸੋ ਵਚਨ ਦੱਸਦਾ ਆ ਯਿਸੂ ਮਸੀਹ ਕਲੀਸਿਆ ਦਾ ਕੀ ਆਪਣਾ ਸਿਰ ਹੈ। ਫਿਰ ਵਚਨ ਦੱਸਦਾ ਆ ਕਿ ਜਿੱਥੇ 2 ਜਾਂ 3 ਯਿਸੂ ਦੇ ਨਾਮ 'ਚ ਇਕੱਠੇ ਹੁੰਦੇ ਹੋ, ਉੱਥੇ ਮੈਂ ਕੀ ਹਾਂ। ਹਾਲੇਲੂਇਆ। ਸੋ ਇਸ ਲਈ ਸਾਨੂੰ ਜੀਂਦੇ ਜੀ ਹੀ ਕਿੱਥੇ ਬਿਠਾ ਦਿੱਤਾ ਗਿਆ ਆ, ਸਵਰਗੀ ਥਾਵਾਂ ਵਿੱਚ। ਕਿਉਂਕਿ ਕਲੀਸਿਆ ਕਿਹੜਾ ਥਾਂ ਆ, ਧਰਤੀ ਤੇ ਅਗਰ ਕੋਈ ਸਵਰਗੀ ਥਾਂ ਆ, ਕਿਹੜਾ ਆ, ਕਲੀਸਿਆ ਹੈ, ਸੰਗਤੀ ਆ ਜੀ। ਇਹ ਸਵਰਗੀ ਸਥਾਨ ਆ ਜਿੱਥੇ ਰੱਖ ਕੇ ਸਾਨੂੰ ਕੀ ਕੀਤਾ ਜਾ ਰਿਹਾ, ਤਿਆਰ ਕੀਤਾ ਜਾ ਰਿਹਾ। ਫੌਜੀ ਦਾ ਭਾਵੇਂ ਜਦੋਂ ਫੌਜ 'ਚ ਭਰਤੀ ਹੋਣਾ ਹੈ, ਉਹਦਾ ਕੱਦ ਕਾਠ ਭਾਵੇਂ ਪੂਰਾ ਹੋ ਜਾਵੇ, ਉਹਨਾਂ ਹਿਸਾਬ ਨਾਲ ਟ੍ਰੇਨਿੰਗ ਲਈ ਪੂਰਾ ਉਹਨੂੰ ਲੈ ਲਿਆ ਜਾਵੇ। ਤੇ ਕਈ ਵਾਰੀ ਟ੍ਰੇਨਿੰਗ ਦੇ ਵਿੱਚ ਵੀ ਠਹਿਰਦਾ ਤੇ ਕੱਦ ਕਾਠ ਦਾ ਕੀ ਹੈ। ਹਾਲੇਲੂਇਆ। ਜਿੰਨੀ ਪੜ੍ਹਾਈ ਕਹੀ ਉਹ ਪੜ੍ਹਾਈ ਵੀ ਪੂਰੀ ਹੋ ਗਈ, ਕੱਦ ਕਾਠ ਵੀ ਪੂਰਾ ਹੋ ਗਿਆ, ਸਿਹਤ ਵੀ ਤੰਦਰੁਸਤੀ, ਸਾਰਾ ਕੁਝ ਉਹਦੇ ਨਾਪ ਵਿੱਚ ਜੋ ਉਹਨਾਂ ਨੇ ਫੌਜ ਵਿੱਚ ਲੈਣ ਲਈ ਸੀਗਾ ਉਹਦਾ ਪੂਰਾ ਹੋ ਗਿਆ। ਤੇ ਪੂਰਾ ਹੁੰਦੇ ਸਾਰੀ ਗੱਲ 'ਚ ਚਲਾ ਗਿਆ ਭਲਾ ਟ੍ਰੇਨਿੰਗ 'ਚ, ਕਿ ਸਿੱਧਾ ਫੌਜ 'ਚ ਕਾਹਦੀ ਟ੍ਰੇਨਿੰਗ 'ਚ ਚਲਾ ਗਿਆ, ਉਹ ਕਾਹਦੀ ਇੰਟਰਵਿਊ ਦਿੱਤੀ, ਫੌਜ ਦੀ। ਤੇ ਕਾਹਦੇ 'ਚ ਗਿਆ ਆ, ਫੌਜ ਦੀ ਟ੍ਰੇਨਿੰਗ 'ਚ ਗਿਆ। ਹਾਲੇਲੂਇਆ। ਕੱਦ ਕਾਠ ਪੂਰਾ ਹੋਣ ਦੇ ਬਾਵਜੂਦ ਵੀ ਕੀ ਹੋ ਗਿਆ ਭਲਾ, ਟ੍ਰੇਨਿੰਗ ਪੂਰੀ ਕਰ ਸਕਿਆ ਨਹੀਂ, ਟ੍ਰੇਨਿੰਗ ਤੋਂ ਹੀ ਭੱਜ ਗਿਆ। ਹਾਲੇਲੂਇਆ। ਸੋ ਕਹਿਣ ਦਾ ਭਾਵ ਆ ਕਿ ਅਸੀਂ ਸਵਰਗੀ ਥਾਨਾਂ ਵਿੱਚ ਇੱਥੇ ਲਿਆ ਕੇ ਬਿਠਾਏ ਗਏ ਆ। ਕਾਹਦੇ ਲਈ ਬਿਠਾਏ ਗਏ ਆ, ਇੱਥੇ ਸਾਨੂੰ ਆਰਾਮ ਨਹੀਂ, ਕੀ ਭਲਾ ਇੱਥੇ ਸਾਨੂੰ ਆਰਾਮ ਨਹੀਂ। ਆਰਾਮ ਸਾਨੂੰ ਕਿੱਥੇ ਆ, ਸਵਰਗ ਦੇ ਵਿੱਚ ਆ। ਹਾਲੇਲੂਇਆ। ਇੱਥੇ ਤਾਂ ਸਾਨੂੰ ਰੱਖਿਆ ਗਿਆ ਕਿ ਤੂੰ ਟ੍ਰੇਨਿੰਗ ਪਾਈਏ, ਸਖਤ ਤੋਂ ਸਖਤ ਕੰਮ ਕਰਨ ਦੇ ਲਈ ਅਸੀਂ ਆਪਣੇ ਆਪ ਨੂੰ ਕੀ ਕਰ ਲਈਏ, ਤਿਆਰ ਕਰ। ਹਾਲੇਲੂਇਆ। ਹਾਲੇਲੂਇਆ। ਮੈਂ ਸੋਚਦਾ ਗੋਪਾਲ ਜਿੱਦਾਂ ਖੁਦਾ ਦੇ ਦਾਸ ਸੱਦ ਰਹੇ ਆ ਵਿੱਚ ਸਾਰੇ ਕਲੀਸਿਆਂ ਵਿੱਚੋਂ, ਉਹ ਸੱਦਦੇ ਵੀ ਜਿਹੜਾ ਇੱਥੇ ਕਾਟ ਕੱਢ ਸਕਦਾ ਤੇ ਭੇਜੋ। ਜਾਂਦੇ ਆ ਪਰ ਸਾਰੇ ਉੱਥੇ ਟਿਕਦੇ ਨਹੀਂ, ਕਿਉਂਕਿ ਸਵੇਰੇ 4 ਵਜੇ ਉੱਠਣਾ, ਉੱਠਦੇ ਸਾਰੇ ਫਿਰ ਉਹ ਜਿਹੜਾ ਹੈ ਨਾ ਗੋਹਾ ਸਿਰ ਤੇ ਚੱਕ ਕੇ ਲਿਆਉਣਾ ਹੈ, ਗੋਹੇ ਦਾ ਟੋਕਰਾ, ਔਰ ਲਿਆਉਣਾ ਵੀ 1 ਕਿਲੋਮੀਟਰ ਦੂਰ ਤੋਂ। ਰੋਜ਼ ਦੇ ਕੰਮ, ਬਾਅਦ 'ਚ ਉਹਦੀਆਂ ਪਾਥੀਆਂ ਵੀ ਇਹ ਵੀ ਪ੍ਰਭੂ ਦੇ ਵਿੱਚ ਇਹ ਕਾਹਦੀ ਟ੍ਰੇਨਿੰਗ ਹੋਈ, ਅਸੀਂ ਪ੍ਰਭੂ ਨੂੰ ਮੰਨਦੇ, ਤੌਬਾ ਕਰ ਲਈ, ਬਖਸ਼ਿਸ਼ ਲੈ ਲੈ, ਬਸ ਠੀਕ ਹੈ, ਗੱਲ ਕੰਮ ਖਤਮ। ਹਾਂ ਕੀ ਹੈ। ਹਾਲੇਲੂਇਆ। ਹਾਲੇਲੂਇਆ। ਫਿਰ ਡੇਲੀ ਦਾ ਇਹ ਸਿਸਟਮ ਆ। ਉਸ ਤੋਂ ਬਾਅਦ ਫਿਰ ਉਹਨੇ ਕੀ ਕਰਨਾ ਆ, ਰਾਤ ਨੂੰ 12 ਵਜੇ ਸੌਣਾ ਹੈ।
ਜੋ ਉਹਨਾਂ ਨੂੰ ਸਿਖਾਇਆ ਜਾਂਦਾ ਉਹਦੇ ਨੋਟਸ ਵੀ ਕੀ ਕਰਨੇ ਉਹਨਾਂ ਨੇ ਬਣਾਉਣੇ ਆ ਤਿਆਰ ਕਰਨੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਤੇ ਮੈਂ ਤਾਂ ਤੁਹਾਨੂੰ ਮੇਰੇ ਕੋਲ 5 ਵਜੇ ਠਾਲਣ ਡਿਆ, ਗੋਹਾ ਤਾਂ ਨਹੀਂ ਚੁਕਾਉਂਦਾ। ਕਿੱਥੇ ਬਿਠਾਉਣਾ ਹੈ? ਆਟੋ 'ਚ ਬਿਠਾਉਣਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਆ ਅਸੀਂ ਮੁਕਤ ਮੁੱਲਾ ਹੀ ਸੋਚਦੇ ਸਵਰਗ 'ਚ ਚਲ ਜਾਈਏ, ਤੇ ਮੁਕਤ ਦੇ ਵਿੱਚ ਕੋਈ ਵੀ ਸਵਰਗ 'ਚ ਜਾ ਸਕਦਾ ਨਹੀਂ। ਸਵਰਗ 'ਚ ਨਹੀਂ ਜਾ ਸਕਦਾ। ਬਿਨਾਂ ਕੀਮਤ ਬਿਨਾਂ ਕੀਮਤ ਦਿੱਤੇ ਕੋਈ ਵੀ ਜਾ ਸਕਦਾ, ਜਾ ਨਹੀਂ ਸਕਦਾ। ਇਸ ਲਈ ਸਾਡੇ ਲਈ ਇੱਕ ਲੜਾਈ ਰੱਖੀ ਗਈ ਆ, ਉਹਦੇ 'ਚ ਫਤਿਹ ਹਾਸਲ ਕਰਨੀ, ਸਰੀਰ ਦੇ ਕੰਮ ਆ ਉਹਨਾਂ ਦੇ ਫਤਿਹ ਹਾਸਲ ਕਰਨੀ ਆ। ਦਾਸ ਦੇ ਵੱਲੋਂ ਆਗਿਆ ਆ, ਉਹਨੂੰ ਕੀ ਕਰਨਾ ਆ? ਪੂਰਾ ਕਰਨਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੋ ਇਹ ਸਾਰਾ ਕੁਝ ਹੋਣਾ ਆ। ਸ਼ੁਰੂਆਤ 'ਚ ਥੋੜਾ ਮਜਬੂਰੀ ਕਰਕੇ ਵੀ ਹੋਣਾ ਆ, ਥੋੜਾ ਟਾਈਮ ਪਾ ਕੇ, ਥੋੜਾ ਖਿੱਚ ਖੁੱਚ ਕੇ ਵੀ ਹੋਣਾ ਆ। ਉਸ ਤੋਂ ਬਾਅਦ ਐਡਜਸਟਮੈਂਟ ਹੋਣੀ ਸ਼ੁਰੂ ਹੋ ਜਾਣੀ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਸ ਲਈ ਅਸੀਂ ਇਹ ਜਗ੍ਹਾ ਤੇ ਹੁਣ ਜਦੋਂ ਤੁਹਾਡੇ ਨਾਲ ਆ, ਤੇ ਅਸੀਂ ਇਸ ਉਹਦੇ ਥੋੜੀ ਆ ਕਿ ਤੁਹਾਡੇ ਕੋਲ ਦਾਨ ਚੰਦੇ ਲਈ ਜਾਈਏ ਤੇ ਆਪਣਾ ਸੂਟ ਲਾਈਏ, ਰੋਟੀ ਪਾਣੀ ਖਾਈ ਜਾਈਏ। ਇਹਦਾ ਥੋੜੀ ਆ। ਸਾਡਾ ਕੰਮ ਹੈਗਾ ਆ ਤੁਹਾਨੂੰ ਕੀ ਕਰਨਾ ਆ? ਇਸ ਵਰਗੀ ਥਾਂ 'ਚ ਜਦੋਂ ਖੁਦਾ ਨੇ ਸੱਦਿਆ ਆ ਤੇ ਤੁਹਾਡੀ ਟ੍ਰੇਨਿੰਗ ਪੂਰੀ ਕਰਨੀ। ਹਾਲੇਲੂਇਆ ਹਾਲੇਲੂਇਆ। ਟ੍ਰੇਨਿੰਗ ਪੂਰੀ ਕਰਨੀ। ਤੁਸੀਂ ਘਰ ਦੇ ਵਿੱਚ ਚਾਲ ਚੱਲਣ ਕਿੱਦਾਂ ਦਿਖਾਉਣਾ, ਮਾਂ-ਬਾਪ ਨੇ ਨਾਲ ਤੁਹਾਡਾ ਰਵੱਈਆ ਕਿੱਦਾਂ ਦਾ ਹੋਣਾ, ਮਾਂ-ਬਾਪ ਦਾ ਬੱਚਿਆਂ ਦਾ ਰਵੱਈਆ ਕਿੱਦਾਂ ਦਾ ਹੋਣਾ, ਤੁਸੀਂ ਜੌਬ ਕਰਦੇ ਆ ਉੱਥੇ ਤੁਹਾਡਾ ਰਵੱਈਆ ਕਿੱਦਾਂ ਦਾ ਹੋਣਾ, ਮਹੱਲੇ 'ਚ ਤੁਰਦੇ ਫਿਰਦੇ ਉੱਥੇ ਚਾਲ ਚੱਲਣ ਕਿੱਦਾਂ ਦਾ ਹੋਣਾ ਆ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਕਰਨਾ ਆ? ਇਹ ਸਾਰੀਆਂ ਚੀਜ਼ਾਂ ਦੀ ਸਾਡੀ ਕੀ ਹੋਣੀ ਆ? ਟ੍ਰੇਨਿੰਗ ਹੋਣੀ ਆ। ਇਹ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਹੋਣੀ। ਇਹਦੇ ਲਈ ਅਸੀਂ ਪਹਿਲਾਂ ਆਪਾਂ ਸਿੱਖ ਰਹੇ ਹਾਂ ਕਿ ਹੁੰਦਾ ਕੀ ਕੁਛ ਹੈ, ਕਿਉਂਕਿ ਜਦੋਂ ਇਹ ਚੀਜ਼ਾਂ ਸਾਨੂੰ ਸਮਝ ਆਣਗੇ ਆਹ ਕੁਛ ਖੁਦਾ ਨੇ ਮੇਰੇ ਲਈ ਕੀਤਾ ਆ, ਤੇ ਆਪੇ ਮੇਰਾ ਵੀ ਮਨ ਕਰੂਗਾ ਮੈਂ ਵੀ ਉਹਦੇ ਲਈ ਕੁਛ ਕਰਾਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਕੀ ਕਰਾਂ ਭਲਾ? ਮੰਮੀ ਕੁਛ ਕਰਾਂ। ਹਾਲੇਲੂਇਆ। ਇਸ ਲਈ ਕੁਛ ਕਰਾਂਗੇ ਤੇ ਫੇਰ ਹੀ ਕੁਛ ਹੋਊਗਾ, ਤੇ ਜੇ ਕੁਛ ਕਰਾਂਗੇ ਤੇ ਹੋਣਾ ਵੀ ਕੁਛ ਨਹੀਂ। ਹਾਂਜੀ। ਸੋ ਮਸੀਹ ਦੇ ਨਾਲ ਸਾਨੂੰ ਸਵਰਗੀ ਸਥਾਨਾਂ ਵਿੱਚ ਕੀ ਕਰਤਾ ਆ? ਬਿਠਾਇਆ ਗਿਆ ਆ। ਔਰ ਉਹ ਸਵਰਗੀ ਸਥਾਨ ਫਿਲਹਾਲ ਕਰੇ ਆ ਆਹਾ ਹੀ। ਹਾਲੇਲੂਇਆ। ਇੱਥੇ ਸਵਰਗੀ ਸਥਾਨਾਂ ਵਿੱਚ ਟ੍ਰੇਨਿੰਗ ਦੇ ਕੇ ਉੱਪਰਲੇ ਸਵਰਗੀ ਸਥਾਨਾਂ ਵਿੱਚ ਕੀ ਕਰਨਾ ਹੈ? ਰਾਜ ਸਾਨੂੰ ਸੌਂਪਣਾ। ਕੀ ਸੌਂਪਣਾ ਹੈ? ਰਾਜ। ਕਿਹੜਾ ਰਾਜ? ਅਨੰਤ ਕਾਲ ਦਾ ਰਾਜ। 2-4 ਸਾਲ ਦਾ ਰਾਜ ਨਹੀਂ, ਅਨੰਤ ਕਾਲ ਜਿਹੜੇ ਖਤਮ ਹੁੰਦੇ ਨਹੀਂ। ਉਹ ਰਾਜ ਮੈਨੂੰ ਸੌਂਪਣਾ ਹੈ। ਐਡਾ ਵੱਡਾ ਰਾਜ ਹੈ। ਛੋਟੇ ਜਿਹੇ ਰਾਜ ਲਈ ਤੇ 5 ਸਾਲ ਲਈ ਮੋਦੀ ਨੇ ਕਿੰਨੇ ਪਾਪੜ ਵੇਲੇ 5 ਸਾਲ 10 ਸਾਲ ਰਾਜ ਕਰਨਾ। ਹਾਲੇਲੂਇਆ। ਹਾਲੇਲੂਇਆ। ਵੱਧ ਤੋਂ ਵੱਧ ਵੀ ਕਰ ਜੂਗਾ, 15-20 ਸਾਲ ਕਰ ਜੂਗਾ। ਕਿੰਨਾ ਕਰ ਲੂਗਾ ਫਿਰ? ਜੇਕਰ ਵੋਟਾਂ ਵੀ ਨਕਲੀ ਬਣਵਾ ਕੇ ਕਰ ਲੂਗਾ, ਕੁਝ ਵੀ ਕਰ ਲੂਗਾ, ਕਿੰਨੇ ਸਾਲ ਜਿੰਨੀ ਉਮਰ ਹੈ ਉਹਨੇ ਕਰ ਲੂ। ਹਾਲੇਲੂਇਆ। ਹਾਲੇਲੂਇਆ। ਪਰ ਉੱਥੇ ਰਾਜ ਕਿੰਨਾ ਹੈ? ਅਨੰਤ ਕਾਲ। ਅਨੰਤ ਕਾਲ ਦਾ ਰਾਜ ਹੈ। ਤੇ ਅਨੰਤ ਕਾਲ ਦੇ ਰਾਜ ਲਈ ਕੁਝ ਵੀ ਨਹੀਂ ਹੋਣਾ। ਜੇ ਇਸ ਦੁਨੀਆਦਾਰੀ 'ਚ ਛੋਟੇ ਜਿਹੇ ਕਿਸੇ ਕੰਮ ਲਈ ਕੁਝ ਵੀ ਕਿੰਨੀ ਕੀਮਤ ਦਿੰਦੇ, ਭੱਜ ਦੌੜ ਕਰਦੇ, ਕੋਈ ਘਰ ਬਣਾਉਣਾ ਚਾਹੁੰਦਾ ਉਹਦੀ ਔਕਾਤ ਨਹੀਂ, ਹਨਾ? ਮੰਨ ਲਓ ਇਦਾਂ ਦਾ ਘਰ ਕੋਈ ਬਣਾਉਣਾ ਚਾਹੁੰਦਾ, ਮੰਨ ਲਓ ਉਹਦੇ 'ਚ ਕੋਈ ਗੁੰਜਾਇਸ਼ ਨਹੀਂ, ਤੇ ਉਹ ਕੀ ਕਰੂਗਾ? ਡਾਕਾ ਡਾਲੂਗਾ, ਚੋਰੀ ਕਰੂਗਾ, ਕੀ ਕਰੂਗਾ? ਮਿਹਨਤ ਕਰੂਗਾ, ਪਾਰਟ ਟਾਈਮ ਹੋਰ ਜੌਬ ਕਰੂਗਾ, ਕੁਛ ਨਾ ਕੁਛ ਹੋਰ ਕੰਮ ਤੋਂ ਕੰਮ ਵਧਾਊਗਾ, ਕੁਛ ਬੱਚਿਆਂ ਤੇ ਜ਼ਿੰਮੇਵਾਰੀਆਂ ਪਾਊਗਾ, ਕੁਛ ਕਰਕੇ ਵੀ ਆਪਾਂ ਕੀ ਕਰਨਾ ਹੈ? ਇਦਾਂ ਦਾ ਘਰ ਬਣਾਉਣਾ। ਭੱਜ ਦੌੜ 'ਚ ਲੱਗ ਜਾਊਗਾ ਨਾ। ਹਾਲੇਲੂਇਆ। ਸੋ ਇੱਥੇ ਜੇਕਰ ਅਸੀਂ ਕੁਝ ਕਰਦੇ ਹਾਂ ਤੇ ਉਹਦੇ ਲਈ ਕੀਮਤ ਦਿੰਦੇ ਹਾਂ, ਤੇ ਸਵਰਗ ਲਈ ਵੀ ਕੀਮਤ ਹਰ ਥਾਂ ਲਈ ਆ। ਸਵਰਗ ਲਈ ਵੀ ਆ ਤੇ ਜ਼ਮੀਨ ਦੇ ਲਈ ਵੀ ਕੀਮਤ ਹੈ। ਹਾਲੇਲੂਇਆ। ਇਸ ਲਈ ਵਚਨ ਦੱਸਦਾ ਤੁਹਾਡਾ ਧਰਮ ਜੇਕਰ ਪੱਕੀਆਂ ਫਰੀਸੀਆਂ ਤੋਂ ਵੱਧ ਕੇ ਨਾ ਹੋਵੇ, ਤੁਸੀਂ ਕਿਸੇ ਬਿਰਧ ਸਵਰਗ ਰਾਜ ਵਿੱਚ ਪਹੁੰਚੋਗੇ। ਕਿਸੇ ਤਰੀਕੇ ਦੇ ਨਾਲ ਵੀ ਜੇ ਸਵਰਗ ਰਾਜ 'ਚ ਪ੍ਰਵੇਸ਼ ਨਹੀਂ ਕਰਦੇ। ਪੱਕੀਆਂ ਫਰੀਸੀਆਂ ਅੱਜ ਜਿਹੜੀ ਦੁਨੀਆ 'ਚ ਪੱਕੀ ਫਰੀਸੀ ਆ, ਠੀਕ ਹੈ ਨਾ, ਜਿਹੜੇ ਆਪਣੇ ਧਾਰਮਿਕ ਸਥਾਨਾਂ ਤੇ ਸਵੇਰੇ 4 ਵਜੇ ਹੋਕਾ ਦੇਣਾ ਸ਼ੁਰੂ ਕਰ ਦਿੰਦੇ, ਜਾਪ ਕਰਨਾ ਸ਼ੁਰੂ ਕਰ ਦਿੰਦੇ, ਭਜਨ ਕਰਨਾ ਸ਼ੁਰੂ ਕਰ ਦਿੰਦੇ ਆ, ਤੇ ਆਪਾਂ ਕਿਤੇ ਸਵੇਰੇ 9 ਵਜੇ ਉੱਠ ਕੇ ਸਵਰਗ 'ਚ ਚੱਲ ਜਾਵਾਂਗੇ। ਜਿਹੜੇ ਦੁਨੀਆ ਦੀ ਭਗਤੀ ਕਰਨ ਵਾਲੇ ਉਹ ਕਿੰਨੀ ਸਖਤ ਭਗਤੀ, ਕਿੰਨਾ ਸਿਮਰਨ ਹੈ ਉਹਨਾਂ ਦਾ, ਹਨਾ? ਕਿੰਨਾ ਉਹ ਜਪ ਤਪ ਕਰਦੇ ਆ। ਹਾਲੇਲੂਇਆ ਹਾਲੇਲੂਇਆ। ਸੋ ਪ੍ਰਭੂ ਦੀ ਕਿਰਪਾ ਦੇ ਨਾਲ ਇੱਕ ਗ੍ਰੰਥੀ ਨੂੰ ਬਪਤਿਸਮਾ ਦੇਣ ਦਾ ਮੌਕਾ ਮਿਲਿਆ। 80 ਸਾਲ ਦਾ ਉਹ ਗ੍ਰੰਥੀ ਸੀਗਾ। ਸੈਂਕੜੇ ਉਹਦੇ ਗਾਂ ਚੇਲੇ ਬਾਲ ਕੇ ਸੀਗੇ, ਤੇ ਉਹਨਾਂ ਨੂੰ ਗਠੀਏ ਦੀ ਪ੍ਰੋਬਲਮ ਸੀਗੀ, ਤੇ ਉਹ ਕਹਿੰਦੇ ਮੈਨੂੰ ਗਠੀਆ ਹੋਵੇ, ਗੋਡੇ ਜੁੜੇ ਹੋਣ, ਮੇਰਾ ਕੰਮ ਹੈ ਸਵੇਰੇ 3 ਵਜੇ ਮੈਂ ਉੱਠਣਾ, ਠੀਕ ਹੈ ਨਾ, ਤੇ ਜੇ ਤਾਂ ਉੱਠੋਗੇ ਠੀਕ ਹੈ, ਨਹੀਂ ਤਾਂ ਮੈਂ ਇੱਦਾਂ ਪਲਟੀ ਮਾਰ ਕੇ
ਮੰਜੇ ਤੋਂ ਥੱਲੇ ਡਿੱਗਣਾ ਤੇ ਰੇੜ ਰੁੜ ਕੇ ਬਾਥਰੂਮ 'ਚ ਪਹੁੰਚਣਾ ਤੇ ਨਹਾ ਕੇ ਤਿਆਰ ਹੋ ਕੇ 4 ਵਜੇ ਕੀ ਕਰਨਾ पाठ शुरू ਹੈ पाठ शुरू करना ਪਾਠ ਸ਼ੁਰੂ ਕਰਨਾ ਔਰ ਇਹ ਮੇਰੀ ਰੁਟੀਨ ਹੈ ਮਰਦੇ ਦਮ ਤੱਕ ਹਾਲੇਲੂਇਆ ਔਰ ਇਹ ਰੁਟੀਨ ਉਹਨਾਂ ਨੇ ਰੱਖੀ ਸੀਗੀ ਪਰ ਜਦ ਬਪਤਿਸਮਾ ਲੈ ਲਿਆ ਪ੍ਰਭੂ ਦੀ ਕਿਰਪਾ ਨਾਲ ਚਲੋ ਉਹ ਹੋਰ ਕਿਰਪਾ ਹੋ ਗਈ ਸੋ ਕਹਿਣ ਦਾ ਮਤਲਬ ਆ ਇਹ ਜਿਹੜੇ ਧਰਤੀ ਤੇ ਰਹਿੰਦੇ ਲੋਕ ਆ ਇੰਨਾ ਕੀਮਤਾਂ ਦਿੰਦੇ ਆ ਕਿ ਸਾਡੇ ਲਈ ਕੋਈ ਕੀਮਤ ਹੀ ਨਹੀਂ ਮਤਲਬ ਸੋ ਸਾਨੂੰ ਵੀ ਕੀਮਤ ਦਿੱਤੇ ਬਗੈਰ ਉਸ ਰਾਜ ਵਿੱਚ ਪ੍ਰਵੇਸ਼ ਹੋਣਾ ਨਹੀਂ ਹਾਲੇਲੂਇਆ ਹਾਲੇਲੂਇਆ ਸੋ ਇੱਕ ਵਾਰੀ ਇੱਕ ਇਹਦਾ ਮਿਸਾਲ ਦਿੱਤੀ ਵੀ ਇੱਕ ਭਾਈ ਜਿੱਦਾਂ ਬਰਫੀਲੇ ਗੁਫਾਵਾਂ ਦੇ ਵਿੱਚ ਜਪ ਤਪ ਕਰਦਾ ਆ ਬਰਫੀਲੀਆਂ ਗੁਫਾਵਾਂ ਵਿੱਚ ਹੀ ਰਹਿੰਦਾ ਔਰ ਉੱਥੇ ਗੋਡੇ ਟੇਕ ਕੇ ਬਰਫ਼ ਤੇ ਗੋਡੇ ਟੇਕ ਕੇ ਇਸ ਤਰੀਕੇ ਨਾਲ ਉਹ ਜਪ ਤਪ ਕਰਦਾ ਹੈ ਉਹਨੂੰ ਬਲ ਮਿਲਦਾ ਹੈ ਤੇ ਭਗਤ ਬੰਦਾ ਹੈ ਤੇ ਮੈਂ ਤੇ ਚਰਚ 'ਚ ਸੁਣਾ ਦਿੱਤਾ ਉਹ ਮਿਸਾਲ ਜੀ ਦੇ ਦਿੱਤੀ ਸਾਡੇ ਕਿਹਦੇ ਵਾਂਗੂ ਸਾਖੀ ਵਾਂਗੂ ਪੂਰੀ ਜਵਾਨ ਸੀਗੀ ਭੈਣ ਉਹਨੇ ਕਿਤੇ ਮਨ ਤੇ ਲਾ ਲਿਆ ਕਿ ਉਹ ਘਰ 'ਚ ਉਹਨਾਂ ਦੇ ਫ੍ਰਿਜ ਤਾਂ ਐਵੇਂ ਸੀਗੀ ਉਹਨੇ ਕੀ ਕੀਤਾ ਰੋਜ਼ ਹੀ ਨਾ ਫ੍ਰਿਜ 'ਚੋਂ ਬਰਫ਼ ਦੇ ਡੋਂਗੇ ਜਿਹੜੇ ਲਿਆ ਕੇ ਤੇ ਉਹਨਾਂ ਨੂੰ ਡੋਂਗਿਆਂ ਨੂੰ ਕੱਢ ਲੈਣਾ ਤੇ ਪੁੱਠੇ ਮਾਰ ਲੈਣਾ ਯਾਨੀ ਕਿ ਬਰਫ਼ ਵਿੱਚੋਂ ਕੱਢ ਕੇ ਉਹਨਾਂ ਤੇ ਰੱਖ ਲੈਣੇ ਗੋਡੇ ਜਿੰਨੀ ਦੇਰ ਤੱਕ ਉਹ ਪੂਰੀ ਪਾਣੀ ਨਹੀਂ ਬਣ ਜਾਂਦੀ ਗੋਡੇ ਨਹੀਂ ਚੱਕਣੇ ਤੇ ਉੱਥੇ ਧੰਨਵਾਦ ਕਰੀ ਜਾਣਾ ਮੈਂ ਮਹੀਨੇ ਕੁ ਬਾਅਦ ਉਹਦੇ ਘਰ ਗਿਆ ਤੇ ਮੈਂ ਕਿਹਾ ਪੁੱਤ ਪ੍ਰਾਰਥਨਾ ਕਰਦੇ ਹਾਂ ਹਾਂਜੀ ਪ੍ਰਾਰਥਨਾ ਕਰਦੇ ਹਾਂ ਜੀ ਤੇ ਮੈਂ ਕਿੰਨਾ ਟਾਈਮ ਕਰਦੇ ਜੀ ਕਹਿੰਦੇ ਜਿੰਨੀ ਦੇਰ ਤੱਕ ਬਰਫ਼ ਨਹੀਂ ਖੁੱਲ ਜਾਂਦੀ हालेलुया ਮੈਂ ਕਿਹਾ ਕਿਹੜੀ ਬਰਫ਼ ਜਿਹਦੀ ਤੁਸੀਂ ਉਹ ਮਿਸਾਲ ਨਹੀਂ ਦਿੱਤੀ ਵੀ ਜੋ ਭਗਤ ਸੀਗਾ ਤੇ ਉਹ ਇੱਧਰ ਤੇ ਸਾਡੇ ਅਸੀਂ ਕੀ ਕੀਮਤ ਦਿੰਦੇ ਹਾਂ ਮੈਂ ਆਪਣੀ ਮੰਮੀ ਨੂੰ ਕਿਹਾ ਸੀ ਮੈਂ ਤਾਂ ਕੀਮਤ ਦੇ ਰਹੀ ਹਾਲੇਲੂਇਆ ਹਾਲੇਲੂਇਆ ਸੋ ਇਦਾਂ ਦੇ ਵੀ ਲੋਕ ਆ ਆਪਾਂ ਮਨ ਤੇ ਲਾ ਲੈਂਦੇ ਜਿਹੜੀ ਤੁਹਾਨੂੰ ਅਸੀਂ ਟਾਂਚ ਟਿਕਚਰ ਕਰੀ ਦੀ ਆ ਉਹਨੂੰ ਮਨ ਤੇ ਲਾ ਲੈਂਦੇ ਆ ਮੇਰੇ ਤੇ ਲਾ ਕੇ ਕਹੀ ਆ ਹਾਲੇਲੂਇਆ हालेलुया ਤੇ ਜਿਹੜੀ ਤੁਹਾਡੀ ਉਨਤੀ ਤਰੱਕੀ ਲਈ ਜਿਹੜਾ ਤੁਹਾਨੂੰ ਉਪਦੇਸ਼ ਦਿੱਤਾ ਜਾਂਦਾ ਉਹਨੂੰ ਕਦੀ ਮਨ ਤੇ ਲਾਉਂਦੇ ਨਹੀਂ ਉਦਾਂ ਦਾ ਕਦੀ ਕੁਝ ਕਰਦੇ ਹਾਲੇਲੂਇਆ ਹਾਲੇਲੂਇਆ ਆਸੇ ਪਾਸੇ ਧਰਤੀ ਤੇ ਜਿੰਨੇ ਫੱਕੀ ਫਰੀਸੀ ਆ ਯਾਨੀ ਕਿ ਜਿੰਨੇ ਦੁਨੀਆਦਾਰੀ ਦੇ ਭਗਤ ਲੋਕ ਆ ਉਹਨਾਂ ਤੋਂ ਵੱਧ ਕੇ ਸਾਡਾ ਕੀ ਹੋਣਾ ਧਰਮ ਹੋਣਾ ਸਾਡਾ ਜਪ ਤਪ ਸਾਡੀ ਤਪੱਸਿਆ ਉਹਨਾਂ ਤੋਂ ਜ਼ਿਆਦਾ ਹੋਣੀ ਆ ਹਾਲੇਲੂਇਆ ਤੁਹਾਨੂੰ ਪਤਾ 2:30-3 ਵਜੇ ਤੋਂ ਬਾਅਦ ਫਿਰ ਮੈਨੂੰ ਨੀਂਦ ਆਉਂਦੀ ਨਹੀਂ ਕਈ ਵਾਰ ਮੈਂ ਘੇਸਲਾ ਜਾਓ ਕਿ ਅੱਖਾਂ ਜਿਹਾ ਘੁੱਟ ਕੇ ਲਿਟਣ ਦੀ ਕੋਸ਼ਿਸ਼ ਕਰਦਾ ਪਰ ਨੀਂਦ ਆਉਂਦੀ ਨਹੀਂ ਫਿਰ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਉੱਠ ਕੇ ਦੁਆ ਕਰਨੀ ਸ਼ੁਰੂ ਕਰ ਦਿੰਦੀ ਫਿਰ ਤੁਹਾਨੂੰ ਜਾ ਕੇ ਜਗਾ ਕੇ ਤੇ ਫਿਰ ਆਸੇ ਪਾਸੇ ਲੈ ਜੀਦਾ ਹਾਲੇਲੂਇਆ ਹਾਲੇਲੂਇਆ ਇਹਦਾ ਮਤਲਬ ਕੁਝ ਹੋਇਆ ਆ ਅੰਦਰ ਹੈ ਨਾ ਜਿਹੜਾ ਸਾਡੇ ਚ ਇਦਾਂ ਚੈਨ ਨਹੀਂ ਲੈਣ ਦਿੱਤਾ ਤੁਸੀਂ ਘਰਾਟੇ ਸਵੇਰੇ 8 ਵਜੇ ਤੱਕ ਮਾਰਦੇ ਰਹਿੰਦੇ ਆ ਇਹਦਾ ਮਤਲਬ ਆ ਕੁਝ ਅੰਦਰ ਹੈਗਾ ਆਤਮਿਕ ਤੌਰ ਤੇ ਕੀ ਮਰੇ ਹੀ ਪਏ ਆ ਅੰਦਰ ਜੀਵਨ ਆਇਆ ਜੀਵਨ ਨਹੀਂ ਆ ਜੀਵਨ ਆਇਆ ਹੋਵੇ ਤੇ ਕਿੱਥੋਂ ਸੌਣ ਦੇ ਚਾਹੇ ਤੁਸੀਂ ਬੁੱਢੇ ਹੋ ਜਵਾਨ ਹੋ ਬਿਮਾਰ ਹੋ ਕੁਝ ਵੀ ਹੋ ਉਹਨੇ ਤੁਹਾਨੂੰ ਕੀ ਕਰਨਾ ਉਸ ਸ਼ਕਤੀ ਨੇ ਤੁਹਾਨੂੰ ਕੀ ਕਰ ਲੈਣਾ ਹਾਲ ਲੈਣਾ ਹਾਲੇਲੂਇਆ ਔਰ ਉਹ ਐਸੇ ਲੋਕਾਂ ਦੀਆਂ ਦੁਆਵਾਂ ਦੇ ਸਦਕੇ ਹੀ ਅਸੀਂ ਬਚਾਏ ਜਾਣੇ ਹਾਂ ਹਾਲੇਲੂਇਆ ਹਾਲੇਲੂਇਆ ਇਸ ਲਈ ਇੱਥੋਂ ਨਿਕਲਣ ਵਾਲੀ ਜੋ ਵੀ ਆਗਿਆ ਆ ਪ੍ਰਭੂ ਦੇ ਵਚਨ ਦੀ ਉਹਨੂੰ ਕੀ ਕਰਨਾ ਆ ਗੰਭੀਰ ਹੋ ਕੇ ਮੰਨਣਾ ਆ ਫਿਰ ਹੁਣ ਰਸਤੇ ਖੁਦਾ ਖੋਲ ਰਹੇ ਆ ਲੋਕ ਆਪਣੇ ਮਸਲੇ ਲੈ ਕੇ ਆ ਰਹੇ ਆ ਲੋਕ ਆਪਣੇ ਪਾਪ ਨੂੰ ਮੰਨਣ ਤੱਕ ਲਈ ਵੀ ਤਿਆਰ ਆ ਪਰ ਪਿੱਛੇ ਦੁਆ ਦਾ ਪ੍ਰੈਸ਼ਰ ਹੋਊਗਾ ਤੇ ਉਹ ਦੁਸ਼ਟ ਜਿਹੜਾ ਤਾਕਤ ਆ ਉਹਨਾਂ ਨੂੰ ਕੀ ਕਰੂਗੀ ਛੱਡੂਗੀ हालेलुया ਹਾਲੇਲੂਇਆ ਜੇ ਪਿੱਛੇ ਦੁਆ ਦਾ ਪ੍ਰੈਸ਼ਰ ਨਹੀਂ ਆਊਗਾ ਤੇ ਉਹ ਦੁਸ਼ਟ ਸ਼ਕਤੀ ਉਹਨਾਂ ਨੂੰ ਛੱਡੂਗੀ ਨਹੀਂ ਉਹ ਫਿਰ ਕਿਉਂ ਹੋਣਗੇ ਥੋੜੀ ਕਿਤੇ ਸਾਡੇ ਵੱਲ ਝੁਕਾ ਕਰਨਗੇ ਬਾਅਦ ਚ ਫਿਰ ਕਿਉਂ ਹੋਣਗੇ ਉਸੇ ਦਲਦਲ ਦੇ ਵਿੱਚ ਫਿਰ ਚਲੇ ਜਾਣਗੇ ਹਾਲੇਲੂਇਆ ਸੋ ਉਹਨਾਂ ਦਾ ਵਿਸ਼ਵਾਸ ਜਾਗ ਜਾਏ ਤੇ ਉਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਬੰਧਨ ਪਿਆ ਆ ਪਹਿਲਾਂ ਉਹਨਾਂ ਨੇ ਟੁੱਟਦਾ ਦੇਖਣਾ ਆ ਫੇਰ ਹੀ ਉਹਨਾਂ ਨੇ ਅੱਗੇ ਕਦਮ ਚੱਕਣਾ ਆ हालेलुया ਜੋ ਉਹਨਾਂ ਨੇ ਟੁੱਟਦਾ ਦੇਖਣਾ ਤੇ ਉਹਦੇ ਲਈ ਇੱਕ ਕਲੀਸਿਆ ਵਿੱਚ ਪ੍ਰਾਰਥਨਾ ਯੋਧੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਯੋਧੇ ਵੀ ਗਲਾਟ ਲੈਣ ਵਾਲੇ ਨਹੀਂ ਆ ਕੇ ਸੌਣ ਵਾਲੇ ਨਹੀਂ ਇਹ ਜਗ੍ਹਾ ਤੇ ਇਹ ਜਗ੍ਹਾ ਸੌਣ ਵਾਲੀ ਥੋੜੀ ਹੈ ਪਤਾ ਨਹੀਂ ਕਿੱਦਾਂ ਕਿੰਨੀ ਦਾ ਜਾਂਦੀ ਤਾਂ ਸਮਝ ਨਹੀਂ ਆਉਂਦੀ ਇੱਥੇ ਤਾਂ ਅੱਗ ਪਈ ਆ ਹਾਲੇਲੂਇਆ ਹਾਲੇਲੂਇਆ ਕਹਿੰਦਾ ਕੋਈ ਨਾ ਕੋਈ ਖੁਦਾ ਵੀ ਕਹਿੰਦੇ ਨੇ ਯਿਸੂ ਮਸੀਹ ਨੇ ਕਿਹਾ 2-3 ਵਾਰੀ ਕਿਹਾ ਉਹ ਮੈਨੂੰ ਪ੍ਰਾਰਥਨਾ ਕਰੋ ਉਹ ਕਹਿੰਦਾ ਜਾ ਸੁੱਤੇ ਰਹੋ ਕੀ ਕਿਹਾ ਸੀ ਸੁੱਤੇ ਰਹੋ ਹਾਲੇਲੂਇਆ ਇਹ ਜਿਹੜੇ ਗਲਾਟ ਚੜ੍ਹਦੇ ਆ ਨੀਂਦਾਂ ਆਉਂਦੀਆਂ ਆ ਇਹਨੂੰ ਵੀ ਧਿਆਨ ਚ ਰੱਖੋ ਤੇ ਰੌਲਾ ਪਾਇਆ ਕਰੋ ਜਿੰਨਾ ਮਰਜ਼ੀ ਇੱਥੇ ਕੋਈ ਤੁਹਾਨੂੰ ਦੁਨੀਆ ਤਾਕਤ ਰੋਕ ਸਕਦੀ ਜਿੰਨਾ ਮਰਜ਼ੀ ਪਾਓ ਕਿਉਂਕਿ ਆਪਾਂ ਕਿਹੜਾ ਸਰਕਾਰ ਦਾ ਕਾਨੂੰਨ ਤੋੜਨ ਦੇ ਉਹ ਕਹਿੰਦੇ 10 ਜਣੇ ਨਹੀਂ ਇਕੱਠੇ ਹੋਣੇ ਚਾਹੀਦੇ ਇੱਥੇ ਤਾਂ 1 ਜਾਂ 2 ਜਣੇ ਸੱਦਿਆ ਹੁੰਦਾ ਜਿੱਦਾਂ ਮਰਜ਼ੀ
शोर मचाओ, पसीने पसीने हो जाओ, मारो ताड़ियां, धन्नवाद करो, गैर जमाना बोलो जितना मर्जी। हालेलुया। ताकि वो ਜਿਹੜੀਆਂ ਸ਼ਕਤੀਆਂ ਨੇ ਉਹਨਾਂ ਭੈਣ ਭਰਾਵਾਂ ਨੂੰ ਫੜਿਆ ਪਿਆ ਆ, ਜਿਹੜੇ ਇਸ ਟਾਈਮ ਸਾਡੇ ਕੋਲ ਦੁਆ ਕਰਾ ਰਹੇ, ਉਹ ਸ਼ਕਤੀਆਂ ਨੂੰ ਕੀ ਕਰਦੇ ਭਲਾ ਛੱਡ ਜਾਣ। ਹਾਲੇਲੂਇਆ ਹਾਲੇਲੂਇਆ। ਇਸ ਲਈ ਸਾਨੂੰ ਬਹੁਤ ਕੀਮਤ ਦੇ ਕੇ ਹੀ ਇਹ ਸਵਰਗ ਦੇ ਵਾਸੀ ਬਣਨਾ ਪੈਣਾ ਆ। ਸੋ ਮਸੀਹ ਦੇ ਨਾਲ ਅਸੀਂ ਸਵਰਗੀ ਥਾਵਾਂ ਤੇ ਕੀ ਕੀਤੇ ਗਏ ਆ ਭਲਾ ਬਿਠਾਏ ਗਏ ਆ। ਇੱਕ ਹੋਰ ਗੱਲ ਪੜ੍ਹਦੇ ਆ, ਇੱਕ ਧਨ ਆਸ਼ਾ, ਧਨ ਜਿਹਦੇ ਵਿੱਚ ਧੰਨੇ ਆ, ਇੱਕ ਧਨ ਆਸ਼ਾ ਪ੍ਰਾਪਤ ਕਰਦੇ ਹਾਂ। ਸਾਡੇ ਕੋਲ ਇੱਕ ਆਸ ਜਾਗ ਜਾਂਦੀ ਸਾਡੇ ਅੰਦਰ, ਔਰ ਆਸ ਵੀ ਕਿਹੜੀ ਆ? ਧਨ ਆਸ। ਹਾਲੇਲੂਇਆ। ਕਿਉਂਕਿ ਸਾਡੀਆਂ ਬਹੁਤ ਸਾਰੀਆਂ ਆਸਾਂ ਹੈ ਜਿਹੜੀਆਂ ਧਨ ਨਹੀਂ, ਸਥਾਪਤ ਹੀ ਆ। ਕੁਝ ਆਸਾਂ ਅਸੀਂ ਰੱਖੀਆਂ ਪਈਆਂ, ਕੁਝ ਮਸਲੇ ਰੱਖੇ ਪਏ ਆ, ਹੱਲ ਹੋ ਜਾਣ। ਹਾਲੇਲੂਇਆ। ਉਹਨਾਂ ਲਈ ਅਸੀਂ ਆਸ ਰੱਖੀ ਹੋਈ ਆ। ਕਈਆਂ ਨੇ ਬਿਮਾਰੀ ਠੀਕ ਹੋਣ ਦੀ ਆਸ ਰੱਖੀ ਹੋਈ ਆ, ਕਈਆਂ ਨੇ ਘਰ ਬਣਨ ਦੀ ਆਸ ਰੱਖੀ ਹੋਈ ਆ, ਕਈਆਂ ਨੇ ਵੀਜ਼ਾ ਲਗਾਉਣ ਦੀ ਆਸ ਰੱਖੀ ਹੋਈ ਆ, ਕਈਆਂ ਨੇ ਕਾਰੋਬਾਰ ਵਧਾਉਣ ਦੀ ਆਸ ਰੱਖੀ ਹੋਈ ਆ। ਉਹ ਆਸਾਂ ਜਿਹੜੀਆਂ ਉਹ ਧਨ ਆਸ ਨਹੀਂ। ਧਨ ਆਸ ਸਾਡੇ ਵਿੱਚ ਕੀ ਆ, ਉਹਨੂੰ ਅਸੀਂ ਸਮਝਣਾ ਹੈ। ਪੜ੍ਹੀਏ ਤਿਤੁਸ 2:13 ਆਏ। ਤਿਤੁਸ ਦੀ ਕਿਤਾਬ 2:13 ਆਏ। ਹਾਂ। ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਧਨ ਆਸ ਮਤਲਬ ਸ਼ੁਭ ਆਸ। ਹਾਂ। ਅਤੇ ਉਸ ਸ਼ੁਭ ਆਸ ਦੀ ਹਾਂ। ਅਤੇ ਆਪਣੇ ਮਹਾ ਪਰਮੇਸ਼ਰ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਤੇਜ ਦੇ ਪ੍ਰਗਟ ਹੋਣ ਦੀ ਉਡੀਕ ਰੱਖੀਏ। ਹਾਂ। ਹਾਲੇਲੂਇਆ। ਉਹ ਜਿਹੜੀ ਸਾਡੀ ਧਨ ਆਸ ਆ, ਸ਼ੁਭ ਆਸ ਆ, ਉਹ ਹੈ ਕੀ ਆ? ਮੁਕਤੀ ਦਾਤਾ ਦੇ ਪ੍ਰਗਟ ਹੋਣ ਦੀ ਕੀ ਰੱਖੀਏ? ਉਡੀਕ ਰੱਖੀਏ। ਸਾਨੂੰ ਉਡੀਕਾਂ ਕੀ ਹੋਈਆਂ ਇਹ ਵੀ ਚੈੱਕ ਕਰਨੀਆਂ ਨਾ। ਹਾਲੇਲੂਇਆ। ਕਿਉਂਕਿ ਦੁਨੀਆਦਾਰੀ ਦੇ ਲੋਕ, ਦੁਨੀਆ ਦੇ ਭਗਤੀ ਕਰਨ ਵਾਲੇ ਦੀਆਂ ਜਿਹੜੀਆਂ ਉਡੀਕਾਂ, ਉਹ ਦੁਨੀਆ ਦੇ ਨਾਲ ਸੰਬੰਧਿਤ ਹੋਣ, ਕੋਈ ਸਮੱਸਿਆ ਨਹੀਂ। ਪਰ ਅਸੀਂ ਜਿਹੜੇ ਰੱਬ ਤੇ ਆਸਰਾ ਰੱਖਦੇ, ਸਾਡੀ ਉਡੀਕ ਤੇ ਦੁਨੀਆ ਦੀ ਉਡੀਕ ਚ ਕੀ ਆ? ਜ਼ਮੀਨ ਆਸਮਾਨ ਦਾ ਫਰਕ ਆ। ਸਾਡੀ ਉਡੀਕ ਕੀ ਆ? ਮਸੀਹ ਕੀ ਹੋ ਜਵੇ? ਪ੍ਰਗਟ ਹੋ ਜਾਏ। ਹਾਲੇਲੂਇਆ ਹਾਲੇਲੂਇਆ। ਉਹ ਜਿਹਨੇ ਵਾਅਦਾ ਕੀਤਾ, ਜਿਹਨੇ ਪਵਿੱਤਰ ਆਤਮਾ ਸਾਨੂੰ ਦਿੱਤਾ, ਜਿਹਦੇ ਵਚਨ ਸੁਣ ਕੇ ਸਾਡਾ ਪਾਪ ਲਈ ਅਸੀਂ ਕਾਇਲ ਹੋ ਗਏ, ਸਾਡਾ ਪਾਪ ਦੀ ਮਾਫੀ ਮੰਗਣ ਨੂੰ ਮਨ ਹੋ ਗਿਆ, ਅਸੀਂ ਤੌਬਾ ਕਰ ਲਈ, ਬਪਤਿਸਮਾ ਲੈ ਲਿਆ। ਹੁਣ ਸਾਡੇ ਕੋਲ ਇੱਕ ਆਸ ਹੋ ਗਈ, ਜਿਹਦੇ ਨਾਮ 'ਚ ਅਸੀਂ ਬਪਤਿਸਮਾ ਲਿਆ, ਜਿਹੜਾ ਮੁਰਦਿਆਂ 'ਚ ਜੀ ਉੱਠਿਆ, ਜਿਹੜਾ ਕਿਹਾ ਗਿਆ ਸੀ ਜਿੱਦਾਂ ਮੈਂ ਅਸਮਾਨ ਤੇ ਗਿਆ ਇਦਾਂ ਆਉਣ ਵਾਲਾ ਆ। ਅਸੀਂ ਉਹਦੀ ਆਉਣ ਦੀ ਕੀ ਕਰੀਏ? ਉਡੀਕ ਕਰੀਏ। ਤੇ ਉਡੀਕ ਕਿੱਦਾਂ ਰਹੀਏ? ਕਿ ਉਹ ਜਲਦ ਪ੍ਰਗਟ ਹੋ ਜਾਏ। ਹਾਲੇਲੂਇਆ ਹਾਲੇਲੂਇਆ। ਸੋ ਜਿੰਨੀ ਮੇਰੀ ਉਡੀਕ ਹੈ ਨਾ, ਮੇਰਾ ਘਰ ਬਣ ਜਾਏ। ਕਿਉਂਕਿ ਇੱਕ ਘਰ ਮੰਨ ਲਓ ਇਸ ਪ੍ਰਕਾਰ ਦਾ ਘਰ ਬਣਾਉਣਾ, ਕਮ ਸੇ ਕਮ 6 ਮਹੀਨੇ ਸਪੀਡ ਦੇ ਨਾਲ ਵੀ ਕੰਮ ਕਰੋ ਤੇ 6 ਮਹੀਨੇ ਲੈ ਜਾਂਦਾ। ਹਾਲੇਲੂਇਆ। ਸੋ ਇਹਦੇ ਤੋਂ ਵੀ ਤੇਜ਼ ਸਪੀਡ 'ਚ ਮੈਂ ਕੀ ਉਡੀਕ ਕਰਨੀ ਆ? ਪਰਮੇਸ਼ਵਰ ਦੀ ਪ੍ਰਗਟ ਹੋਣ ਦੀ ਉਡੀਕ ਕਰਨੀ। ਉਹ ਕੀ ਹੋ ਜਵੇ? ਪ੍ਰਗਟ ਹੋ ਜਾਵੇ। ਹਾਲੇਲੂਇਆ। ਉਹ ਪ੍ਰਗਟ ਹੋਵੇ ਤੇ ਜਿਹੜੇ ਇੱਥੇ ਉਹਦੇ ਲੋਕ ਆ ਉਹ ਵੀ ਕੀ ਹੋ ਜਾਣ? ਪ੍ਰਗਟ ਹੋ ਜਾਣ ਤੇ ਉਹਦੇ ਨਾਲ ਕੀ ਕੀਤੇ ਜਾਣ? ਉਠਾ ਲਏ ਜਾਣ। ਹਾਲੇਲੂਇਆ ਹਾਲੇਲੂਇਆ। ਇੱਕ ਵਚਨ ਇਹਦੇ ਨਾਲ ਮਿਲਦਾ ਹੋਰ ਪੜ੍ਹ ਲਈ, ਪ੍ਰਕਾਸ਼ਿਤ ਵਾਕਿਆ 22 ਦੇ ਉਹਦੀ 20 ਐ। ਫਿਰ ਪ੍ਰਾਰਥਨਾ ਕਰਦੇ। ਪ੍ਰਕਾਸ਼ਿਤ ਵਾਕਿਆ 22 ਦੇ 20 ਐ। ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ, ਹਾਂ। ਉਹ ਆਖਦਾ ਹੈ, ਹਾਂ। ਭਈ ਹਾਂ। ਮੈਂ ਛੇਤੀ ਆਉਂਦਾ ਹਾਂ। ਹਾਂ। ਉਹ ਕੀ ਆਖਦਾ ਭਲਾ? ਪ੍ਰਭੂ ਕੀ ਕਹਿ ਰਿਹਾ? ਮੈਂ ਕਿਦਾਂ ਆਉਣ ਡਿਆ ਬਈ? ਛੇਤੀ ਆਉਣਾ। ਜਿਹੜੀ ਸਾਡੀ ਆਸ਼ਾ ਹੈ ਨਾ, ਜਿਹੜਾ ਕਹਿ ਰਿਹਾ ਛੇਤੀ ਆਉਣਾ ਹੈ, ਅਸੀਂ ਕੀ ਕਹਿਣਾ ਆ? ਹਾਲੇਲੂਇਆ। ਹਾਂ। ਭਈ ਹਾਂ। ਮੈਂ ਛੇਤੀ ਆਉਂਦਾ ਹਾਂ। ਹਾਂ। ਆਮੀਨ। ਇਹ ਪ੍ਰਭੂ ਯਿਸੂ ਆਓ। ਆਓ। ਹਾਲੇਲੂਇਆ। ਆਪਾਂ ਕੀ ਕਹਿਣਾ? ਪ੍ਰਭੂ ਯਿਸੂ ਆਓ। ਆਪਾਂ ਤੇ ਕਹਿੰਦੇ ਆ ਇਹ ਪੈਸੇ ਆਓ। ਹਾਲੇਲੂਇਆ। ਇਹ ਵੀਜ਼ਾ ਆਓ। ਪਰ ਆਪਾਂ ਕੀ ਕਹਿਣਾ ਆ? ਪ੍ਰਭੂ ਜੀ ਆਓ। ਅਸੀਂ ਇੱਥੇ ਬੜੇ ਅੱਕ ਗਏ, ਬੜੇ ਥੱਕ ਗਏ। ਇੱਕ ਘਰ ਵਾਲੀ ਨੇ ਤੰਗ ਕੀਤਾ ਆ, ਇੱਕ ਘਰ ਵਾਲੇ ਨੇ ਤੰਗ ਕੀਤਾ ਆ, ਇੱਕ ਨਿਆਣੇ ਜੀਣ ਨਹੀਂ ਦਿੰਦੇ, ਤੇ ਬਸ ਅਸੀਂ ਹੁਣ ਤੇਰੀ ਉਡੀਕ ਦੇ ਵਿੱਚ ਆ। ਤੁਸੀਂ ਆਓ ਤੇ ਸਾਨੂੰ ਕੀ ਕਰੋ? ਇੱਥੋਂ ਲੈ ਜਾਓ। ਹਾਲੇਲੂਇਆ। ਸੋ ਬੰਦ ਕਰੀਏ, ਪ੍ਰਾਰਥਨਾ ਕਰਦੇ।
ਖੁਦਾਵੰਦ ਖੁਦਾ ਤੇਰਾ ਸ਼ੁਕਰ ਤੇਰੀ ਤਾਰੀਫ ਕਰਦੇ ਹਾਂ, ਧੰਨਵਾਦ ਕਰਦੇ ਹਾਂ ਪ੍ਰਭੂ, ਜਦੋਂ ਅਸੀਂ ਤੇਰੇ ਵਚਨ ਚੋਂ ਸਿੱਖ ਰਹੇ ਹਾਂ ਕਿ ਜਿਹੜਾ ਪਰਮੇਸ਼ਰ ਵੱਲ ਮੁੜਦਾ ਉਹਦੇ ਨਾਲ ਕੀ ਘਟਦਾ, ਕੀ ਹੁੰਦਾ ਆ, ਪਿਤਾ ਵੱਲੋਂ ਕੀ ਹੁੰਦਾ, ਪੁੱਤਰ ਵੱਲੋਂ ਕੀ ਹੁੰਦਾ। ਜਦੋਂ ਪੁੱਤਰ ਵੱਲੋਂ ਇੰਨਾ ਕੁਛ ਹੋ ਰਿਹਾ ਆ ਕਿ ਅਸੀਂ ਉਹਦੇ ਤੇ ਮਨ ਲਗਾ ਰਹੇ ਹਾਂ, ਕਿ ਉਹਦੇ ਅਨੁਸਾਰ ਅਸੀਂ ਜੀਵਨ ਬਿਤਾ ਰਹੇ ਹਾਂ। ਖੁਦਾਵੰਦ ਅਗਰ ਅਸੀਂ ਉਹਦੇ ਅਨੁਸਾਰ ਜੀਵਨ ਨਹੀਂ ਬਿਤਾ ਰਹੇ ਤੇ ਅੱਜ ਸਾਨੂੰ ਪਤਾ ਲੱਗ ਰਿਹਾ ਆ, ਅਸੀਂ ਆਪਣੇ ਜੀਵਨ ਨੂੰ ਉਦਾਂ ਦਾ ਬਣਾ ਲਈਏ। ਵੱਡੀ ਕਿਰਪਾ ਕਰ ਦਿਓ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ। ਹੁਣ ਸਾਡੇ ਖੁਦਾਵੰਦ ਦਾ ਬਸ ਬਾਪ ਦੀ ਮੁਹੱਬਤ, ਕੋਈ ਪ੍ਰਾਰਥਨਾ ਪਾਤਸ਼ਾਹ ਕੌਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਪਛਾਣਨਾ ਦੇ ਰਹੇ। ਆਮੀਨ ਆਮੀਨ।